बाईपास ना बड़ी देर से बन रहा था, लेकिन काम बीच में रुक गया, लेकिन उसके बाद फिर स्टार्ट हो गया। माशाल्लाह रोड बड़ा प्यारा बनाया है इन्होंने। ये आवाम के लिए बहुत बड़ी सहूलत है। अगर इधर कबूला बहावल नगर की जानब निकलना है तो शहर का बड़ा रास्ता जो है ना वो कम हो जाता है, रश से बच जाते हैं लोग। लेकिन मसला अब ये है कि ये फाटक बनेगा तो ये आवाम के लिए खुलेगा ना। अब ये कितनी देर हो गई है ये रोड बना हुआ है, लेकिन फाटक का कोई नाम नहीं है। अब ये जो ठेकेदार हैं इन्होंने फाटक के ग्रांट भी आ चुकी है, ये लेके खा भी चुके हैं, लेकिन फाटक नहीं बना रहे हैं। अब जो बेचारी अवाम है, जो मोटरसाइकिलों वाले हैं, वो पटड़ी के ऊपर से मोटरसाइकिल को गुजरते हैं, और जो बसों वाले और गाड़ियों वाले वो भी आते हैं। वो ऊपर से एक फाटक बना हुआ है, गाँव है 67 भी, वहाँ से शॉर्टकट लेके ये कच्चा रास्ता बना हुआ है, यहाँ से होकर फिर वो जाते हैं। लेकिन ਤੁਹਾਡਾ ਹੋਸਟ ਅਲੀ ਅਸਗਰ ਡੂਡੀ। ਨਾਜ਼ਰੀਨ, ਮੈਂ ਇਸ ਟਾਈਮ ਮੌਜੂਦ ਹਾਂ ਆਰੇਵਾਲਾ ਦੇ ਨਵੇਂ ਬਾਈਪਾਸ ਤੇ। ਇਸ ਬਾਈਪਾਸ ਨੂੰ ਤਕਰੀਬਨ 8 ਸਾਲ ਪਹਿਲੇ ਸਾਡੇ ਜਿਹੜੇ ਸਾਬਕਾ ਮਰਹੂਮ ਲਿਗੀ MN ਰਾਣਾ ਆਜ਼ਾਦ ਹੁਸੈਨ ਖਾਨ ਉਹਨਾਂ ਨੇ ਮਨਜ਼ੂਰ ਕਰਵਾਇਆ ਸੀ, ਲੇਕਿਨ ਕਾਫੀ ਅਰਸੇ ਦਾ ਗੁਜ਼ਰ ਜਾਣ ਦੇ ਬਾਵਜੂਦ ਵੀ ਇਹ ਜਿਹੜਾ ਬਾਈਪਾਸ ਪਾਇਆ ਤਕਮੀਲ ਨੂੰ ਨਹੀਂ ਪਹੁੰਚਿਆ। ਇਹਦੇ ਤੇ ਜਿਹੜਾ ਕੰਮ ਹੈ ਤਕਰੀਬਨ 70 ਤੋਂ 80% ਮੁਕੰਮਲ ਹੋ ਚੁੱਕਿਆ ਹੈ, ਲੇਕਿਨ ਇੱਕ ਰੇਲਵੇ ਫਾਟਕ ਨਾ ਹੋਣ ਦੀ ਵਜ੍ਹਾ ਤੋਂ ਇਸ ਬਾਈਪਾਸ ਨੂੰ ਅਜੇ ਤੱਕ ਆਵਾਮ ਦੇ ਵਾਸਤੇ ਨਹੀਂ ਖੋਲ੍ਹਿਆ ਗਿਆ। ਇਹ ਜਿਹੜਾ ਰੇਲਵੇ ਫਾਟਕ ਹੈ ਇਹਦੇ ਬਾਰੇ ਜੀ ਤੁਹਾਨੂੰ ਥੋੜ੍ਹਾ ਜਿਹਾ ਆਗਾਹ ਕਰ ਦਈਏ। 67 ਈਬੀ ਤੇ 65 ਈਬੀ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਦਰਮਿਆਨ ਦੇ ਵਿੱਚ ਰੇਲਵੇ ਫਾਟਕ ਹੈ। ਅਗਰ ਇਸ ਰੇਲਵੇ ਫਾਟਕ ਨੂੰ ਬਣਾ ਦਿੱਤਾ ਜਾਂਦਾ ਹੈ ਤੇ ਯਕੀਨਨ ਇਹ ਜਿਹੜਾ ਬਾਈਪਾਸ ਹੈ ਇਹ ਆਵਾਮ ਵਾਸਤੇ ਖੋਲ੍ਹ ਦਿੱਤਾ ਜਾਵੇਗਾ, ਜਿਸ ਦੀ ਵਜ੍ਹਾ ਨਾਲ ਸ਼ਹਿਰ ਦੇ ਵਿੱਚ ਜਿਹੜੇ ਛੋਟੇ ਵੱਡੇ ਰੋਜ਼ ਹਾਦਸਾਤ ਹੁੰਦੇ ਨੇ ਤੇ ਟ੍ਰੈਫਿਕ ਦਾ ਦਬਾਅ ਹੈ ਜਿਹੜਾ ਉਹ ਵੀ ਘੱਟ ਹੋਵੇਗਾ ਤੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਤ ਨੇ ਉਹ ਵੀ ਘੱਟ ਹੋਣਗੀਆਂ ਤੇ ਲੋਕ ਵੀ ਸੁੱਖ ਦਾ ਸਾਹ ਲੈ ਸਕਣਗੇ। ਮੇਰੇ ਨਾਲ ਇਸ ਟਾਈਮ ਕੁਝ ਸ਼ਹਿਰੀ ਮੌਜੂਦ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਨੇ ਆ ਤੇ ਜਾਣਨ ਦੀ ਕੋਸ਼ਿਸ਼ ਕਰਨੇ ਆ ਇਸ ਬਾਈਪਾਸ ਦੇ ਹਵਾਲੇ ਨਾਲ ਤੇ ਇਸ ਬਾਈਪਾਸ 'ਤੇ ਜਿਹੜਾ ਕੰਮ ਜਾਰੀ ਹੈ ਉਹਦੇ ਹਵਾਲੇ ਨਾਲ। ਇਹ ਜਿਹੜਾ ਬਾਈਪਾਸ ਹੈ ਤਕਰੀਬਨ 8-9 ਸਾਲ ਪਹਿਲੇ ਇਹਦੇ 'ਤੇ ਕੰਮ ਸ਼ੁਰੂ ਕੀਤਾ ਗਿਆ ਸੀ, ਲੇਕਿਨ ਇੰਨਾ ਅਰਸਾ ਗੁਜ਼ਰ ਜਾਣ ਦੇ ਬਾਵਜੂਦ ਸਿਰਫ 11 ਕਿਲੋਮੀਟਰ ਦਾ ਇਹ ਬਾਈਪਾਸ ਹੈ, ਇਹਦੇ 'ਤੇ ਅਜੇ ਤੱਕ ਕੰਮ ਮੁਕੰਮਲ ਨਹੀਂ ਹੋਇਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਬੜੀ ਗਫਲਤ ਹੈ ਜੀ ਸਿਆਸਤਦਾਨਾਂ ਦੀ, ਮਹਿਕਮੇ ਦੀ, ਤੇ ਲੋਕ ਇੱਥੋਂ ਦੇ ਬਹੁਤ ਪਰੇਸ਼ਾਨ ਨੇ। ਬਲਕਿ ਇੱਥੋਂ ਦੇ ਕੀ ਸਾਹੀਵਾਲ ਤੱਕ, ਲਾਹੌਰ ਤੱਕ, ਬਹਾਵਲ ਨਗਰ, ਕੋਟਾਵਾਸ ਤੱਕ, ਮਰੋੜ ਤੱਕ ਲੋਕ ਜਾਂਦੇ ਆਉਂਦੇ ਆ। ਪੂਰੀ ਟ੍ਰੈਫਿਕ ਚੱਲਦੀ ਹੈ। ਹਾਂਜੀ, ਪੂਰਾ ਮੇਨ ਰੋਡ ਹੈ, ਹਾਈਵੇ ਰੋਡ ਹੈ, ਤੇ ਇਹਦੇ ਵਾਸਤੇ ਫਾਟਕ ਦੇ ਵਾਸਤੇ ਕੁਝ ਨਾ ਕੁਝ ਲਾਜ਼ਮੀ ਕੀਤਾ ਜਾਵੇ। ਤੇ ਇਹ ਕੋਈ ਐਡਾ ਵੱਡਾ ਕੰਮ ਤੇ ਨਹੀਂ ਹੈਗਾ ਵੀ ਜਿਹੜਾ ਇਹ ਨਹੀਂ ਹੋ ਸਕਦਾ। ਛੋਟਾ ਜਿਹਾ ਇੱਕ ਰੇਲਵੇ ਫਾਟਕ ਹੈ, ਇਹਦੀ ਤਮੀਰ ਜਿਹੜੀ ਕਰਾਉਣੀ ਉਹ ਵੀ ਅਦਾਰਿਆਂ ਵਾਸਤੇ ਮੁਸ਼ਕਲ ਹੋਈ ਖੜੋਤੀ। ਸਭ ਤੋਂ ਜ਼ਿਆਦਾ ਕੰਮ ਸੀ ਜੀ ਸੜਕ ਦੀ ਤਮੀਰ, ਉਹ ਪੂਰੀ ਹੋ ਚੁੱਕੀ ਹੈ 70 ਤੋਂ 80% ਤਕਰੀਬਨ। ਤੇ ਬਸ ਤਕਰੀਬਨ ਫਾਟਕ ਵਾਲਾ ਕੰਮ ਜਿਹੜਾ ਉਹ ਰਹਿ ਗਿਆ, ਤੇ ਜਿਹੜਾ ਬਹੁਤ ਹੀ ਕਮ ਪੈਸਿਆਂ ਦੇ ਵਿੱਚ ਤਿਆਰ ਹੋ ਜਾਏਗਾ। ਜਿੱਦਾਂ ਜ਼ਿਆਦਾ ਪੈਸੇ ਲੱਗਣੇ ਸੀ ਉਹ ਤਾਂ ਗੈਰ ਲੱਗ, ਬਾਕੀ ਇਹਦੀ ਵਜ੍ਹਾ ਨਾਲ ਬਾਕੀ ਵੀ ਪੈਸੇ ਜਿਹੜੇ ਨੇ ਬਾਈਪਾਸ ਦੇ ਬਣਨ ਨਾਲ ਉਹ ਜ਼ਾਇਆ ਹੋ ਰਹੇ ਨੇ। ਤੇ ਇਸ ਵਾਸਤੇ ਫਾਟਕ ਦਾ ਹੱਲ ਜਿਹੜਾ ਹੈ ਬਹੁਤ ਜ਼ਰੂਰੀ ਹੈ, ਤੇ ਥੋੜੇ ਦਿਨਾਂ ਦੇ ਵਿੱਚ ਫਾਟਕ ਨੂੰ ਚਾਲੂ ਕੀਤਾ ਜਾਵੇ ਤੇ ਆਵਾਮ ਨੂੰ ਸੁੱਖ ਦਾ ਇਹ ਕਹਿਣ ਦਾ ਮਕਸਦ ਹੈ ਵੀ ਜਿਹੜੇ ਉਹ ਪੈਸੇ ਨੇ ਲੱਗ ਚੁੱਕੇ ਨੇ ਕਰੋੜਾਂ, ਅਗਰ ਇਹ ਰੇਲਵੇ ਫਾਟਕ ਨਹੀਂ ਬਣਦਾ ਤਾਂ ਜ਼ਾਇਆ ਤੇ ਬੇਕਾਰ। ਜਿੰਨੇ ਵੀ ਪੈਸੇ ਲੱਗ ਚੁੱਕੇ ਨੇ ਜੀ, ਲੋਕਾਂ ਨੇ ਜ਼ਮੀਨ ਦਿੱਤੀ ਹਕੂਮਤ ਨੂੰ, ਹਾਂਜੀ, ਉਹ ਵੀ ਹਕੂਮਤ ਦੇ ਪੈਸੇ ਜ਼ਾਇਆ ਜਾ ਰਹੇ ਨੇ। ਲੋਕਾਂ ਨੂੰ ਤੰਗੀ ਉਸ ਨਾਲ ਬਲਕਿ ਜ਼ਿਆਦਾ ਹੋ ਚੁੱਕੀ ਹੈ, ਤੇ ਬਾਕੀ ਮੁਕੰਮਲ ਕੰਮ ਹੋ ਗਿਆ ਇਸ ਫਾਟਕ ਦੀ ਵਜ੍ਹਾ ਨਾਲ। ਉਸ ਬਾਕੀ ਪੈਸਾ ਜਿਹੜਾ ਹਕੂਮਤ ਦਾ ਤੇ ਉਹ ਜ਼ਾਇਆ ਹੋ ਰਿਹਾ। ਜੀ ਨਾਜ਼ਰੀਨ, ਤੁਸੀਂ ਸ਼ਹਿਰੀ ਦੀ ਗੱਲਬਾਤ ਸੁਣੀ। ਉਹਨਾਂ ਦਾ ਕਹਿਣਾ ਹੈ ਕਿ 70 ਤੋਂ 80% ਇਸ ਬਾਈਪਾਸ ਦੇ ਕੰਮ ਹੈ ਜਿਹੜਾ ਉਹ ਮੁਕੰਮਲ ਹੋ ਚੁੱਕਿਆ। ਅਗਰ ਇਹ ਰੇਲਵੇ ਫਾਟਕ ਨਹੀਂ ਬਣਦਾ, ਇਹਦੀ ਜਿਹੜੀ ਤਮੀਰ ਹੈ ਉਹ ਨਹੀਂ ਹੁੰਦੀ, ਤਾਂ ਉਹ ਜਿਹੜਾ ਲੱਗਿਆ ਹੋਇਆ ਪੈਸਾ ਹੈ ਉਹ ਵੀ ਬੇਕਾਰ ਹੀ ਹੈ, ਉਹਦਾ ਕੋਈ ਫਾਇਦਾ ਨਹੀਂ।
ਬਹੁਤ ਸਾਰੇ ਲੋਕ ਜਦੋਂ 35 ਵਾਲੀ ਪੁਲੀ ਤੋਂ ਇਸ ਬਾਈਪਾਸ ਤੇ ਚੜ੍ਹਦੇ ਨੇ ਤੇ ਉਹ ਸੜਕ ਵੇਖ ਕੇ ਚੜ੍ਹਦੇ ਨੇ ਕਿ ਯਾਰ ਬਾਈਪਾਸ ਬੜਾ ਸੋਹਣਾ ਬਣ ਗਿਆ ਤੇ ਇੱਧਰ ਚੱਲਦੇ ਆ। ਜਦੋਂ ਉਹ ਅਚਾਨਕ ਇਸ ਰੇਲਵੇ ਫਾਟਕ ਤੇ ਆਉਂਦੇ ਨੇ ਤੇ ਉਹਨਾਂ ਨੂੰ ਜਿਹੜੀਆਂ ਆਪਣੀਆਂ ਗੱਡੀਆਂ ਨੇ ਉਹਨਾਂ ਦੇ ਰੁਖ ਮੋੜਨੇ ਪੈਂਦੇ ਨੇ ਤੇ ਕਿਸੇ ਹੋਰ ਪਾਸੇ ਜਾ ਕੇ ਤੇ ਮੇਨ ਰੋਡ ਤੇ ਚੜ੍ਹਨਾ ਪੈਂਦਾ ਹੈ। ਮੇਰੇ ਨਾਲ ਇੱਕ ਹੋਰ ਸ਼ਹਿਰੀ ਮੌਜੂਦ ਨੇ ਤੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਕਿਹੜਾ ਭਾਈ ਜੀ ਤੁਹਾਡਾ? ਆਬਦ ਹੁਸੈਨ। ਆਬਦ ਹੁਸੈਨ ਭਾਈ, ਕੀ ਕਹੋਗੇ ਤੁਸੀਂ ਇਸ ਬਾਈਪਾਸ ਦੇ ਹਵਾਲੇ? ਮੈਂ ਇਹ ਕਹਾਂਗਾ ਕਿ ਇਸ ਨੂੰ ਜਲਦੀ ਬਣਾਇਆ ਜਾਵੇ ਕਿ ਇਨਸਾਨ ਲੋਕਾਂ ਦੀ ਸਹੂਲਤ ਵਾਸਤੇ ਉਹ ਸਹੂਲਤ ਹੀ ਮੁਯੱਸਰ ਨਾ ਹੋਵੇ ਫਿਰ ਇਸ ਦੇ ਬਣਾਉਣ ਦਾ ਫਾਇਦਾ ਹੀ ਕੋਈ ਨਹੀਂ। ਜੇ ਅਗਰ ਫਾਟਕ ਨਹੀਂ ਲੈਣਾ ਤਾਂ ਫਿਰ ਸਾਡੀ ਦਰਖਾਸਤ ਇਹ ਹੈ ਕਿ ਦੂਸਰੇ ਬਾਈ ਨੂੰ ਪਾਸ ਨੂੰ ਪੱਟ ਦਿੱਤਾ ਜਾਵੇ। ਪੱਟ ਦਿੱਤਾ ਜਾਵੇ? ਹਾਂਜੀ, ਜਾਂ ਇਸ ਫਾਟਕ ਨੂੰ ਬਣਾ ਦਿੱਤਾ ਜਾਵੇ? ਜਾਂ ਇਸ ਫਾਟਕ ਨੂੰ ਬਣਾ ਦਿੱਤਾ ਜਾਵੇ। ਜਲਦੀ ਤੋਂ ਜਲਦੀ ਬਣਾਇਆ ਜਾਏ। ਮਿਹਰਬਾਨੀ ਹੋਏਗੀ। ਅੱਲਾਹ ਖੁਸ਼ ਰੱਖੇ, ਅੱਲਾਹ ਜਜ਼ਾਏ ਖੈਰ ਅਤਾ ਫਰਮਾਏ। ਅਸਲਾਮ ਵਾਲੇਕੁਮ ਜੀ। ਸਰ ਕਿੱਥੋਂ ਆਏ ਜੀ? ਅਸੀਂ ਕਮੀਰ ਵਾਲੇ ਤੋਂ ਆਏ। ਕਮੀਰ ਵਾਲੇ ਤੋਂ ਆਏ। ਜਦੋਂ ਤੁਸੀਂ ਉੱਥੇ ਤ੍ਰਿਖੜੀ ਮੋੜ ਤੋਂ ਇਸ ਬਾਈਪਾਸ ਤੇ ਪਏ ਸੋ ਤਾਂ ਕੀ ਮਹਿਸੂਸ ਕੀਤਾ? ਜ਼ਬਰਦਸਤ। ਜ਼ਬਰਦਸਤ। ਲੇਕਿਨ ਇੱਥੇ ਆ ਕੇ ਕੀ ਪਤਾ ਚੱਲਿਆ? ਇੱਥੇ ਪਰੇਸ਼ਾਨੀ ਦਾ ਬੈਸ ਪਰੇਸ਼ਾਨੀ ਦਾ ਬਾਅਦ ਲੇਕਿਨ ਹੁਕੂਮਤ ਨੂੰ ਚਾਹੀਦਾ ਜਲਦੀ ਤੋਂ ਜਲਦੀ ਫਾਟਕ ਤਿਆਰ ਕਰ ਦੇਣਾ, ਲੋਕਾਂ ਦੀ ਜਿਹੜੀ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਾ ਔਰ ਸਹੂਲਤ ਦੇਣਾ ਗਵਰਨਮੈਂਟ ਦਾ ਹੱਕ ਹੈ। ਇਹਨੂੰ ਸਾਬਕਾ ਜਿਹੜਾ ਲੀਗੀ ਦੌਰ ਸੀ ਉਹਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਉਸ ਤੋਂ ਬਾਅਦ ਆਪਣਾ ਇਮਰਾਨ ਖਾਨ ਦੀ ਹੁਕੂਮਤ ਆਈ, ਫਿਰ ਪੀਡੀਐਮ ਦੀ ਹੁਕੂਮਤ ਆਈ, ਉਸ ਤੋਂ ਬਾਅਦ ਫਿਰ ਹੁਣ ਨੂਨ ਲੀਗ ਦੀ ਹੁਕੂਮਤ ਹੈ। ਅਜੇ ਤੱਕ ਇਹ ਜਿਹੜਾ ਬਾਈਪਾਸ ਇਹ ਮੁਕੰਮਲ ਨਹੀਂ ਹੋ ਸਕਿਆ। ਇਹ ਸਾਡੀ ਹੁਕੂਮਤ ਦੀ ਪਾਲਿਸੀ ਜਿਹੜੀ ਥੋੜੀ ਜੀ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੀ ਨਜ਼ਰਅੰਦਾਜ਼ ਕਰ ਦਿੱਤਾ। ਨਜ਼ਰਅੰਦਾਜ਼ ਕੀਤਾ। ਹਾਂਜੀ, ਇਹ 11 ਕਿਲੋਮੀਟਰ ਦਾ ਸਿਰਫ ਬਾਈਪਾਸ ਦਾ ਪਾਸ ਔਰ ਸਾਰਾ ਮੁਕੰਮਲ ਹੋ ਚੁੱਕਿਆ ਹੈ। ਸਿਰਫ ਫਾਟਕ ਦਾ ਟੋਟਾ ਰਹਿ ਗਿਆ। ਇਹ ਮੁਕੰਮਲ ਕਰ ਦੇਵਣ ਤੇ ਆਵਾਮ ਦਾ ਫਾਇਦਾ ਹੋ ਜਾਸੀ। ਆਵਾਮ ਦਾ ਫਾਇਦਾ ਹੋਇਆ। ਹਾਂਜੀ, ਆਵਾਮ ਦਾ ਫਾਇਦਾ ਦੇਣਾ ਚਾਹੀਦਾ ਕਿ ਹਕੂਮਤ ਦੇ ਟੈਕਸ ਆਵਾਮ ਦੇ ਟੈਕਸ ਤੇ ਹਕੂਮਤ ਚਲਦੀ ਪਈ ਹੈ ਔਰ ਹਕੂਮਤ ਨੂੰ ਚਾਹੀਦਾ ਆਵਾਮ ਦਾ ਫਾਇਦਾ ਸੋਚਣਾ। ਹਾਂਜੀ, ਇਹ ਨਾਲ ਨੇ ਤੁਸੀਂ ਇਹ ਸ਼ਹਿਰ ਦੀ ਗੱਲਬਾਤ ਸੁਣੀ। ਇਹ ਭਾਈ ਹੋਰੀ ਕਮੀਰੋਂ ਜਦੋਂ ਆਏ ਨੇ ਤੇ ਜਦੋਂ ਉੱਥੋਂ ਤ੍ਰਿਖਣੀ ਮੋੜ ਦੇ ਕੋਲੋਂ ਇਹ ਬਾਈਪਾਸ ਤੇ ਚੜ੍ਹੇ ਨੇ, ਉਹਨਾਂ ਦਾ ਕਹਿਣਾ ਕਿ ਜਦੋਂ ਇਹ ਬਾਈਪਾਸ ਚੜ੍ਹੇ ਤੇ ਬੜਾ ਸਾਨੂੰ ਸੋਹਣਾ ਲੱਗਿਆ ਵੀ ਯਾਰ ਅਸੀਂ ਬੜੀ ਜਲਦੀ ਆਪਣੀ ਮੰਜ਼ਿਲੇ ਮਕਸੂਦ ਤੇ ਪਹੁੰਚ ਜਾਵਾਂਗੇ। ਜਦੋਂ ਅਚਾਨਕ ਅੱਗੇ ਰੇਲਵੇ ਫਾਟਕ ਆ ਗਿਆ ਤੇ ਉਹਨਾਂ ਨੂੰ ਜਿਹੜਾ ਆਪਣੀ ਮੋਟਰਸਾਈਕਲ ਹੈ ਉਹਦਾ ਯਕੀਨਨ ਰੁਖ ਮੋੜਨਾ ਪਵੇਗਾ ਜਾਂ ਇਸ ਰੇਲਵੇ ਟਰੈਕ ਨੂੰ ਮੋਟਰਸਾਈਕਲ ਚੁੱਕ ਕੇ ਤੇ ਪਾਰ ਕਰਾਉਣਾ ਪਵੇਗਾ। ਤੇ ਇਹ ਇੱਕ ਛੋਟਾ ਜਿਹਾ ਕੰਮ ਹੈ ਤੇ ਸਾਡੇ ਜਿਹੜੇ ਐਮਐਨਏ ਰਾਣਾ ਰਾਦਤ ਹੁਸੈਨ ਖਾਨ ਸਾਹਿਬ, ਉਹਨਾਂ ਨੂੰ ਚਾਹੀਦਾ ਕਿ ਇਸ ਦੇ ਬਾਈਪਾਸ ਦਾ ਜਿਹੜਾ ਕੰਮ ਇਹਨੂੰ ਜਲਦੀ ਮੁਕੰਮਲ ਕਰਾਉਣ, ਇਸ ਰੇਲਵੇ ਫਾਟਕ ਦਾ ਨੋਟਿਸ ਲਵਣ ਤਾਂ ਕਿ ਜਿਹੜੇ ਸ਼ਹਿਰੀ ਨੇ ਉਹਨਾਂ ਦੀਆਂ ਮੁਸ਼ਕਲਾਤ ਘਟ ਜਾਵਣ ਤੇ ਦੂਸਰੇ ਲੋਕ ਸ਼ਹਿਰਾਂ 'ਚ ਜਿਹੜੇ ਲੋਕ ਆਉਣ ਵਾਲੇ ਨੇ ਉਹ ਵੀ ਉਹਨਾਂ ਨੂੰ ਵੀ ਜਿਹੜਾ ਸਹੀ ਰਸਤਾ ਹੈ, ਇੱਕ ਸਿੱਧਾ ਰਸਤਾ ਹੈ, ਉਹ ਮਿਲ ਸਕੇ। ਤੇ ਵੇਖਦੇ ਰਹੋ ਰਾਈਟ ਵੇ ਪਾਕਿਸਤਾਨ। ਸਾਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।